जद ब्रेन नूं कटिया होना ते उदों ही श्वास खत्म। पर वो रूह दी अग ने सुलग सुलग के फूकिया सिख नूं। रूह दी अग तुसीं जाणदे, पर फिर भी जपजी दा पाठ दंग रह गए। उन्हां सिखां दीआं कुर्बानियां दा फल छक रहे हो, पर छकण वालिओ किरत घण ना बनो, एहसान फरोश ना बनो। आ तुहाडीआं सरदारियां कायम रखण खातरी रूह विच लिपट के मर गए। तन चरवा ले, देगां विचों वाले खा ले, पर सिखी नहीं। गुर सिखी नूं दाग ना लाया, पुरजा पुरजा हो गए सूर में। सिखी नूं दाग ना पुरजा पुरजा हो गए सूर में। प्यारे जी एक तेरी उबाले खाले, प्यारे हो एक तेरी उबाले खाले। तीन सिखां दी शहीदी सतगुरां दे सामने होई।
ਤੇ ਚੌਥੀ ਵਾਰੀ ਆਈ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ। ਆਖਰੀ ਸਮਾਂ ਜਿਹੜਾ ਗੁਰਪੁਰਬ ਮਨਾ ਰਹੇ ਹੋ ਤੁਸੀਂ। ਔਰੰਗਜ਼ੇਬ ਨੇ ਸਵਾਲ ਕੀਤਾ, ਨੌਵੇਂ ਪਾਤਸ਼ਾਹ ਤੇਰਾ ਸਿੱਖ ਨਾ ਤਿਲਕ ਲਾਉਂਦਾ ਨਾ ਜੰਜੂ ਪਹਿਨਦਾ, ਤੇ ਤੂੰ ਕਾਹਦੇ ਖਾਤਰ ਮਰਨਾ ਹੈ? ਮੈਂ ਤਾਂ ਤਿਲਕ ਤੇ ਜੰਜੂ ਵਾਲੇ ਨਾਲ ਵੈਰ ਹੈ ਮੇਰਾ ਤਾਂ। ਤੁਹਾਡੇ ਧਰਮ ਵਿੱਚ ਗੁਰੂ ਨਾਨਕ ਦੇਵ ਨੇ ਇਹ ਚੀਜ਼ ਬੰਦ ਕਰ ਦਿੱਤੀ, ਤੁਸੀਂ ਕਿਉਂ ਮਰਨਾ ਹੈ? ਗੁਰੂ ਤੇਗ ਬਹਾਦਰ ਜੀ ਦਾ ਜਵਾਬ ਬਹੁਤ ਸਿਆਣਾ ਤੇ ਸਿਆਣਿਆਂ ਦੇ ਹੀ ਸੁਣਨ ਵਾਲਾ। ਨੌਵੇਂ ਪਾਤਸ਼ਾਹ ਕਹਿੰਦੇ, ਔਰੰਗਜ਼ੇਬ ਗੱਲ ਤੇਰੀ ਸੱਚੀ ਹੈ, ਤਿਲਕ ਤੇ ਜੰਜੂ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ, ਪਰ ਤੂੰ ਪੁੱਛਦਾ ਮੈਂ ਕਿਉਂ ਆਏ? ਤੂੰ ਅੱਜ ਮੁਗਲ ਬਾਦਸ਼ਾਹ ਹੈ, ਹਕੂਮਤ ਤੇਰੇ ਹੱਥ ਵਿੱਚ ਹੈ ਤੇ ਹਿੰਦੂ ਤੇ ਬ੍ਰਾਹਮਣ ਨੇ ਤੇਰੀ ਜਨਤਾ। ਤੂੰ ਮੁਗਲ ਹੋ ਕੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾ ਰਹੇ। ਮੈਂ ਆ ਗਿਆ, ਪਰ ਕੰਨ ਖੋਲ ਕੇ ਸੁਣ ਲੈ, ਜੇ ਤੇਰੀ ਜਗ੍ਹਾ ਬੈਠਾ ਹੁੰਦਾ ਹਿੰਦੂ ਬਾਦਸ਼ਾਹ ਤੇ ਮੁਸਲਮਾਨਾਂ ਨੂੰ ਜਬਰੀ ਹਿੰਦੂ ਬਣਾਉਂਦਾ ਤੇ ਤਾਂ ਵੀ ਮੈਂ ਆ ਜਾਣਾ ਸੀ। ਜੇ ਕੋਈ ਹਿੰਦੂ ਮੁਸਲਮਾਨਾਂ ਨੂੰ ਤੰਗ ਕਰਦਾ ਨਾ ਔਰੰਗਿਆ, ਮੈਂ ਤਾਂ ਵੀ ਆ ਜਾਣਾ ਸੀ। ਗੁਰਸਿੱਖੀ ਧਰਮ ਇਸੇ ਬੇਸ ਤੇ ਪੈਦਾ ਕੀਤਾ ਹੈ ਕਿ ਜ਼ੁਲਮ ਕਰਨਾ ਨਹੀਂ, ਜ਼ੁਲਮ ਕਰਨਾ ਪਾਪ ਹੈ, ਪਰ ਗਾਂ ਵਾਲੀ ਗੱਲ ਵੀ ਯਾਦ ਰੱਖੇ ਕਰੋ, ਜ਼ੁਲਮ ਹੁੰਦਾ ਦੇਖ ਕੇ ਸਹਿਣਾ ਮਹਾ ਪਾਪ ਹੈ। ਉਹ ਪਾਪ ਨਾਲੋਂ ਵੀ ਗਾ। ਗੁਰੂ ਨਾਨਕ ਨੂੰ ਕੀ ਲੋੜ ਸੀ ਬਾਬਰ ਦੀਆਂ ਚੱਕੀਆਂ ਪੀਣ ਦੀ, ਜਿਹਦੇ ਚ ਜ਼ੁਲਮ ਹੁੰਦਾ ਰਹਿੰਦਾ? ਆਪ ਜੇਲ੍ਹ ਵਿੱਚ ਗਏ। ਗੁਰੂ ਨਾਨਕ ਨੂੰ ਕੀ ਲੋੜ ਸੀ? ਨਾਨਕ ਮਤੇ ਦੇ ਕੋਲੇ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਮੰਡੀ ਚ ਵਿਖੇ, ਉਹ ਨਾਨਕ ਮਤੇ ਤੋਂ ਥੋੜੀ ਜਿਹੀ ਦੂਰ ਹੈ, ਜਾਂਦੇ ਆਉਂਦੇ ਦਰਸ਼ਨ ਕਰਿਆ ਕਰੋ। ਉਹਦਾ ਨਾਮ ਹੈ ਟਾਂਡਾ, ਨਾਨਕ ਮਤੇ ਦੇ ਨੇੜੇ ਹੈ, ਜਿੱਥੇ ਮਹਾਰਾਜ ਮੰਡੀ ਵਿੱਚ 2 ਘੋੜਿਆਂ ਦੀ ਕੀਮਤ ਨੂੰ ਵਿਕਿਆ ਗੁਰੂ ਨਾਨਕ। ਕਿਉਂ ਵਿਕੇ ਸੀ? ਉਸ ਮੰਡੀ ਵਿੱਚ ਮਨੁੱਖਾਂ ਦੀ ਮੰਡੀ ਲੱਗਦੀ ਸੀ। ਦਰਦ ਜਾਗਿਆ, ਉਹ ਰੱਬ ਦਾ ਰੂਪ ਮਨੁੱਖ ਮੰਡੀਆਂ 'ਚ ਪਸ਼ੂਆਂ ਵਾਂਗ ਵਿਕਦੇ। ਆਪ ਜਾ ਕੇ ਵਿਕ ਗਏ ਤੇ ਸੰਸਾਰ ਵਿੱਚ ਅੱਜ ਤੱਕ ਉੱਥੇ ਮੁੜ ਕੇ ਮਨੁੱਖ ਦੀ ਮੰਡੀ ਨਹੀਂ ਲੱਗੀ। ਔਰ ਬਾਬਰ ਦੀ ਕੈਦ ਦੇ ਕੈਦੀ ਚੱਕੀਆਂ ਦਾ ਪੀਣ ਬਾਬੇ ਨਾਨਕ ਨੇ ਆਪ ਜਾ ਕੇ ਪੀਆ। ਹੁਣ ਮੇਰੇ ਵਰਗੇ ਨੂੰ ਕਹਿ ਦੋ ਵੀ ਆ ਜਾ ਚੱਲੀਏ, ਕੋਈ ਪੰਥ ਦਾ ਕੰਮ ਹੈ, ਜਦੇ ਸੰਤ ਕਹੂਗਾ ਨਜਲਾ ਹੋਇਆ ਵੈ ਅੱਜ ਖਿਆ ਖੁਸ਼ ਹੈ, ਮੈਂ ਆਪਣੇ ਸੇਵਕਾਂ ਨੂੰ ਭੇਜ ਦਿੰਦਾ। ਇੱਥੇ ਤਾਂ ਹੋਰੇ ਕੰਮ ਚੱਲ ਪਿਆ ਕਿ ਮੈਂ ਤਾਂ ਬੜੀਆਂ ਬੇਨਤੀਆਂ ਨੂੰ ਮਿਲ ਕੇ ਵੀ ਕਰਦਾ ਹੁੰਦਾ ਵੀ 45 ਸਾਲ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਨੇ ਕੀਰਤਨ ਕੀਤਾ, ਰਾੜੇ ਸਾਹਿਬ ਵਾਲਿਆਂ ਨੇ, ਕੋਈ ਕਸਰ ਛੱਡੀ ਗੁਰਮੁਖੋ? ਬਸ ਅੰਮ੍ਰਿਤ ਵਰਸਦਾ ਹੁੰਦਾ ਸੀ। ਨਾਲੇ ਤੁਸੀਂ ਸਿਆਣੇ ਬੈਠੇ ਹੋ, ਪ੍ਰਸੰਗ 5-7 ਥੇ, 5-7 ਪ੍ਰਸੰਗ ਤੇ, ਪਰ ਚਾਹੇ 1000 ਵਾਰ ਸੁਣ ਲੋ ਫੇਰ ਜੀ ਕਰਦਾ ਤਾਂ ਵੀ ਸੁਣਾਉਣ ਖੋਲ ਸਕਦਾ। ਗੱਲਾਂ ਉਹੀ ਤੀਆਂ, ਬਾਰ-ਬਾਰ ਸੁਣਨ ਨੂੰ ਜੀ ਕਰਦਾ ਸੀ। ਤਪ ਸੀ, ਕਮਾਈ ਸੀ ਉਹਨਾਂ ਦੀ ਗੁਰਮੁਖੋ। ਤੁਹਾਡੇ ਵਿੱਚ ਵੀ ਬੈਠੇ ਆ ਜੱਟ 2 ਤਰ੍ਹਾਂ ਦੇ। ਜਿਹੜਾ ਤਾਂ ਕਣਕ ਬੀਜੂਗਾ ਖੇਤ ਦੀ ਕਮਾਈ ਕਰਕੇ, ਖੇਤ ਨੂੰ ਕਮਾ ਕੇ, ਉੱਥੇ ਤਾਂ ਯੂਰੀਆ ਪਾਉਣ ਜਾਈਦਾ ਨਾ, ਪੈਰ ਧਰਨ ਨੂੰ ਜਗ੍ਹਾ ਨਹੀਂ ਰਹਿੰਦੀ, ਪੈਰ ਦੇਖ ਦੇਖ ਕੇ ਰੱਖੀਦਾ ਯੂਰੀਆ ਪਾਉਂਦੇ। ਪਰ ਜਿਹੜੇ ਮੇਰੇ ਵਰਗਾ ਕਮਾਏ ਤੇ ਬਿਨਾਂ ਹੀ ਘੇਰੇ ਆਉਂਦਾ, ਉੱਥੇ ਨੂੰ ਚਾਹੇ ਟਰੈਕਟਰ ਲੰਘਾ ਲੋ ਬੂਟਾ ਦਿਖਦਾ ਹੀ ਨਹੀਂ। ਫਿਰ ਇੱਕ ਬੋਲ ਬੂਟੇ ਵਾਂਗ ਹਰਾ ਕਰ ਦੂ ਤੈਨੂੰ। ਜੇ ਕਲਰ ਵਿੱਚੋਂ ਹੀ ਨਿਕਲਦੇ ਆ ਬੀਜ, ਕਿੱਥੇ ਬੋਰੀਆਂ ਭਰੇਗਾ? ਉਹਨਾਂ ਦੀ ਕਮਾਈ ਸੀ ਗੁਰਮੁਖੋ। ਅੱਜ ਸਾਡੀ ਕਮਾਈ ਨਹੀਂ ਰਹੀ, ਢੋਲਕੀ ਤੇ ਚਿਮਟੇ ਹੀ ਹੈ ਬਸ। ਉਹਨਾਂ ਦੀ ਕਮਾਈ ਹੁੰਦੀ ਸੀ। ਉਹ ਕਮਾਇਆ ਹੋਇਆ ਤਾਂ ਖੇਤ ਦੱਸ ਦਿੰਦਾ ਸੜਕ ਤੇ ਜਾਂਦੇ ਨੂੰ
ਵੀ ਹਾਂ ਵੀ ਜਟਲੀ ਕਮਾਈ ਕਰੀ ਵੀ ਕਮਾਈ ਸੀ ਉਹਨਾਂ ਦੀ। ਗੁਰਮੁਖ ਪਿਆਰਿਓ, ਰੀਸਾਂ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ। ਉਹ ਸਤਿਗੁਰੂ ਨਾਨਕ ਦਾ ਮਾਰਗ ਛੱਡ ਕੇ ਅਸੀਂ ਦੋ ਵਕਤ ਪੰਥ ਉੱਤੇ ਬਿਪਤਾ ਪਈ ਸੰਤ ਮਹਾਰਾਜ ਈਸਰ ਸਿੰਘ ਜੀ ਦੇ ਹੁੰਦੇ, ਔਰ ਐਸ ਬਿਪਤਾ ਨਾਲੋਂ ਵੀ ਜ਼ਿਆਦਾ ਬਿਪਤਾ ਸੀ। ਉਹ ਸਭ ਤੋਂ ਵੱਡੀ ਘਟਨਾ ਵਾਪਰੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬੀੜ ਦੇ ਮੂਲ ਮੰਤਰ ਬਦਲੇ ਗਏ। ਇਸ ਜੱਦੋ ਜਹਿਦ ਨਾਲੋਂ ਵੀ ਮਾੜੀ ਗੱਲ ਸੀ। ਮਹਾਰਾਜ ਦੀ ਬਾਣੀ ਵਿੱਚ ਫਰਕ ਪਾਉਣਾ ਚਾਹਿਆ। ਸੰਤ ਮਹਾਰਾਜ ਬਾਬਾ ਭਗਵਾਨ ਸਿੰਘ ਜੀ ਡੇਰੂ ਸਾਹਿਬ ਵਾਲੇ ਉਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਸੀ। ਉਹ ਸਾਰੀ ਜ਼ਿੰਦਗੀ ਮੈਂਬਰ ਰਹੇ ਨੇ ਬਾਬਾ ਭਗਵਾਨ ਸਿੰਘ ਜੀ। ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ, ਇਹਨਾਂ ਨੇ ਬੇੜਾ ਚੱਕਿਆ ਕਿ ਪੰਥ ਨੂੰ ਇਹ ਕੰਮ ਨਹੀਂ ਰਾਸ ਆਉਣਾ। ਰਾੜੇ ਸਾਹਿਬ ਮੀਟਿੰਗ ਕੀਤੀ ਤੇ ਮਹਾਂਪੁਰਸ਼ ਰਾੜੇ ਸਾਹਿਬ ਵਾਲੇ ਨੇ ਬੇਨਤੀ ਕੀਤੀ, ਜਿੰਨੀਆਂ ਬੀੜਾਂ ਗਲਤ ਛਪੀਆਂ ਨੇ ਉਹ ਸਾਰੀਆਂ ਵਾਪਸ ਕਰ ਲਓ, ਉਨੀਆਂ ਬੀੜਾਂ ਦੀ ਸੇਵਾ ਅਸੀਂ ਮੁਫਤ ਕਰਾਂਗੇ। ਪਰ ਗੁਰਬਾਣੀ ਦੀ ਅਦਲਾ ਬਦਲੀ ਨਾ ਹੋਵੇ। ਹਰ ਸਮੇਂ ਸਾਥ ਦਿੱਤਾ ਤੇ ਅੱਜ ਅਸੀਂ ਕਿੱਧਰ ਨੂੰ ਤੁਰ ਪਏ ਗੁਰਮੁਖ ਪਿਆਰੇ। ਬੰਦ ਬੰਦ ਕੱਟੇ ਸਿੱਖੀ ਤੋਂ ਮੁਖ ਨਹੀਂ ਮੋੜਿਆ। ਵਾਰੀ ਆ ਗਈ ਨੌਵੇਂ ਪਾਤਸ਼ਾਹ ਨੂੰ, ਕਹਿੰਦਾ ਤੁਹਾਨੂੰ ਕੀ ਲੋੜ ਆ। ਹੁਣ ਵੀ ਕਹਿੰਦੇ ਫਿਰਦੇ ਨੇ ਸਾਨੂੰ ਕੀ ਲੋੜ ਹੈ ਪੰਥ ਦੀ, ਸਾਨੂੰ ਕੀ ਲੋੜ ਹੈ ਰਾਜ ਭਾਗ ਦੀ, ਬਸ ਸਾਨੂੰ ਤਾਂ ਸਾਡੀ ਮਰਸਰੀ ਚਾਹੀਦੀ ਹੈ। ਸਾਨੂੰ ਤਾਂ ਅਮਰੀਕਾ ਦਾ ਵੀਜ਼ਾ ਚਾਹੀਦਾ। ਇਹ ਗੱਲਾਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ, ਇਹ ਮੈਂ ਸੰਤ ਸਮਾਜ ਦੀ ਮੀਟਿੰਗ ਵਿੱਚ ਵੀ ਕਹਿਣਾ। ਕਿਤੇ ਤੁਸੀਂ ਐਂ ਕਹੋ ਵੀ ਸਾਨੂੰ ਸੁਣਾਉਂਦੇ ਨਾ, ਮੈਂ ਉੱਥੇ ਵੀ ਮਿਹਨਤਾਂ ਕੀਤੀਆਂ ਕਿ ਇੱਕ ਦੀਵਾਨ ਵਿੱਚ 4 ਸੀਸੀਆਂ ਸਪਰੇ ਦੀਆਂ ਲੱਗ ਜਾਂਦੀਆਂ ਇੱਕ ਸੰਤ ਨੂੰ। ਇੱਕ ਸੀਸੀ 150 ਦੀ ਆਉਂਦੀ ਹੈ। ਇੱਕ ਦੀਵਾਨ ਤੇ 500 ਦਾ ਸੈਂਟ ਛਿੜਕਿਆ ਜਾਵੇ। ਜਿਹੜੇ ਵਤਨ ਖਾਤਰ ਹੋ ਗਏ ਸ਼ਹੀਦ, ਉਹਨਾਂ ਦੇ ਬੱਚੇ ਤੇ ਬੱਚੀਆਂ ਨੂੰ ਝੱਗਾ ਤੇ ਰੋਟੀ ਨੂੰ ਤਰਸ ਰਹੇ ਨੇ, ਤੇ ਅਸੀਂ ਗੁਰਮੁਖ ਪਿਆਰਿਓ ਸੈਂਟ ਛਿੜਕਾ ਕੇ ਕੀਰਤਨ ਕਰੀਏ। ਇਹ ਜਿਹੜੇ ਸ਼ਹੀਦ ਹੋਏ ਨੇ ਪਿਛਲੇ ਜੱਦੋ ਜਹਿਦ ਵੀ ਸਾਡੇ ਵੀਰ, ਮੈਂ ਤਾਂ ਜਿਹੜਾ ਵੀ ਜਾਂਦਾ ਰਿਹਾ ਕੱਲੇ ਕੱਲੇ ਤੋਂ ਗੱਡੀਆਂ ਭਰ ਕੇ ਰਾਸ਼ਨ ਦੀਆਂ, ਕੋਈ ਪਰਵਾਹ ਨਹੀਂ ਸੀ ਵੀ ਸਰਕਾਰ ਕਰਦੀ ਹੈ ਜੋ ਮਰਜ਼ੀ ਕਰੇ। ਕਈ ਘਰ ਐਸੇ ਨੇ, ਇਹ ਮੈਂ ਮੰਨਦਾ ਕਿ ਵਿੱਚ ਚੋਰ ਵੀ ਪੈਦਾ ਹੋਏ, ਵਿੱਚ ਗਲਤ ਬੰਦੇ ਵੀ ਪੈਦਾ ਹੋਏ, ਉਹਨਾਂ ਨੇ ਸੱਚੇ ਸੁੱਚਿਆਂ ਨੂੰ ਬਦਨਾਮ ਵੀ ਕੀਤਾ। ਪਰ ਜਿਹੜੇ ਸੱਚੇ ਸੁੱਚੇ ਸੀ ਨਾ, ਉਹ ਤਾਂ ਇਹੋ ਜਿਹੇ ਵੀ ਸ਼ਹੀਦ ਹੋਏ ਜਿਨ੍ਹਾਂ ਦੇ ਘਰ ਦਾ ਦੀਵਾ ਹੀ ਗੁੱਲ ਹੋ ਗਿਆ। ਕੋਈ ਗਾਹਾਂ ਨੂੰ ਹੈ ਹੀ ਨਹੀਂ ਘਰ ਵਿੱਚ, ਉਹ ਵੀ ਪਰਿਵਾਰ ਹੈ, ਉਹ ਵੀ ਸ਼ਹੀਦ ਹੋਏ ਨੇ ਗੁਰਸਿੱਖ ਪਿਆਰੇ, ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਅੱਜ ਵੀ ਪੜ੍ਹਾਈ ਨੂੰ ਰੋਲਦੇ ਫਿਰਦੇ। ਰੋਟੀ ਦਾ ਫਿਕਰ ਹੈ। 12:02 ਘੜੀ ਟਾਈਮ ਉੱਪਰ ਹੋਏ ਤੋਂ, ਕਿਉਂਕਿ ਸਜਾਏ ਮੌਤ ਦਾ ਟਾਈਮ ਮੁਕਰਰ ਹੁੰਦਾ। ਉਹ ਬਰੋਟਾ ਚਾਂਦਨੀ ਚੌਕ ਦੇ ਵਿੱਚ ਖੂਹੀ ਦੇ ਕੰਢੇ ਲੱਗਿਆ ਹੋਇਆ। ਜਿਸ ਬਰੋਟੇ ਦੇ ਛੜੇ ਹੇਠ ਸਮਾਣੇ ਦੇ ਜਲਾਦ ਨੇ ਮੰਨਿਆ ਕਿ ਮੈਂ ਮਹਾਰਾਜ ਨੂੰ ਕਤਲ ਕਰੂੰਗਾ। ਸਜਾਏ ਮੌਤ ਹੋ ਗਈ, ਟਾਈਮ ਨਿਸ਼ਚਿਤ ਹੋ ਗਿਆ। ਆਖਰੀ ਔਰੰਗਜ਼ੇਬ ਫੇਰ ਆਇਆ ਤੇ ਆਖਰੀ ਪਤਾ ਕੀ ਗਿਆ ਸੀ? ਕਹਿੰਦਾ ਤੇਗ ਬਹਾਦਰ ਸਾਹਿਬ, ਮੇਰੀ ਗੱਲ ਯਾਦ ਰੱਖੀ, ਆ ਜਿਨ੍ਹਾਂ ਪਿੱਛੇ ਤੂੰ ਮਰ ਰਹੇ ਨਾ, ਉਹਨਾਂ ਨੇ ਅਹਿਸਾਨ ਨਹੀਂ ਮੰਨਣਾ। ਇਹ ਆਖਰੀ ਵਰਡਿੰਗ ਸੀ ਔਰੰਗਜ਼ੇਬ ਦੀ। ਹਿਸਟਰੀ ਪੜ੍ਹੋ, ਇਹ ਟੇਪਾਂ ਦੀਆਂ ਕਹਾਣੀਆਂ ਸੁਣ ਕੇ ਹੀ ਨਾ ਘਰ ਨੂੰ ਤੁਰਜੇ ਕਰੋ ਵੀ ਤੋਤੇ ਨੇ ਗਣਕਾ ਪੜਾਤੀ, ਸੰਤਾਂ ਨੇ ਪੁੱਤ ਦੇਤਾ। ਸਤਿਨਾਮ। ਕੌਮ ਦੇਖੋ ਕਿਹੜੀ ਗਰਾ ਗਾਬ ਵਿੱਚ ਤੁਰੀ ਫਿਰਦੀ ਹੈ, ਤੁਸੀਂ ਮੁਕਤੀਆਂ ਨੂੰ ਟੋਲਦੇ ਫਿਰਦੇ। ਇੱਕ ਸੰਤ ਸਮਾਗਮ ਵਿੱਚ ਮੈਨੂੰ ਵੀ ਬੁਲਾ ਲਿਆ, ਤਾਂ ਮੈਂ ਜਾਂਦਾ ਨਹੀਂ। 5-7 ਸੰਤ ਬੋਲੇ, ਨਾਮ ਜਪੋ ਜੀ, ਬਕੁੰਠ ਨੂੰ ਜਾਓ ਜੀ, ਮੁਕਤੀ ਹੋ ਕਰਾ ਲਓ ਜੀ। ਸਾਰੇ ਇੱਕੋ ਗੱਲ। ਮੈਨੂੰ ਕਹਿੰਦੇ ਤੂੰ ਵੀ ਬੋਲ। ਮੈਂ ਕਿਹਾ ਮੈਨੂੰ ਚੁੱਪੇ ਰਹਿਣ ਦੋ, ਮੇਰਾ ਬੋਲਿਆ ਤੁਹਾਡੇ ਫਿੱਟ ਨਹੀਂ ਆਉਣਾ। ਨਹੀਂ ਕਹਿੰਦੇ ਬੋਲੋ। ਮੈਂ ਕਿਹਾ ਮੇਰੀ ਤਾਂ ਫਿਰ ਇੱਕੋ ਬੇਨਤੀ ਹੈ ਵੀ ਮਹਾਂਪੁਰਸ਼ੋ, ਕਿਤੇ ਸਾਰਿਆਂ ਨੂੰ ਮੁਕਤ ਨਾ ਕਰ ਦਿਓ, ਸਾਡਾ ਕੀਰਤਨ ਕਰਨ ਜੋਗੇ ਛੱਡ ਦਿਓ।
ਜਿਹੜਾ ਉੱਠਦਾ ਕਹਿੰਦਾ ਬਕੁੰਠ ਨੂੰ ਜਾਓ ਨਾਮ ਜਪ ਲੋ, ਸਿੱਖੀ ਗਰਾਗਾਪ ਹੋ ਰਹੀ ਹੈ ਤੇ ਤੁਹਾਨੂੰ ਬਕੁੰਠ ਜਾਣ ਦੀ ਪਈ ਹੋਈ। ਸਿੱਖੀ ਦਾ ਪਤਨ ਕਰ ਰਹੇ ਨੇ ਜ਼ਾਲਮ ਤੇ ਤੁਸੀਂ ਮੁਕਤੀਆਂ ਟੋਲਦੇ ਫਿਰਦੇ ਹੋ। ਕੋਈ ਸਿੱਖ ਨੇ ਮਰ ਕੇ ਮੁਕਤ ਨਹੀਂ ਹੋਣਾ। ਸਿੱਖ ਨੂੰ ਮਹਾਰਾਜ ਨੇ ਜੀਵਨ ਮੁਕਤੀ ਬਖਸ਼ੀ। ਜਿਉਂਦੇ ਜੁੜ ਜੋ ਗੁਰੂ ਦੇ ਚਰਨਾਂ ਨਾਲ। ਸੁਖਮਨੀ ਵਿੱਚ ਕੀ ਲਿਖਿਆ? ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੁਖ। ਗੁਰੂ ਦੀ ਆਗਿਆ ਮੰਨ ਲਓ, ਜਿਉਂਦੇ ਹੀ ਮੁਕਤ ਹੋ। ਗਾਂ ਜਾ ਕੇ ਕਿੱਥੇ? ਉਹ ਕਹਿੰਦਾ ਇਹਨਾਂ ਨੇ ਮੰਨਣਾ ਨਹੀਂ ਆਸਾਨ। ਸਤਿਗੁਰੂ ਤੇਗ ਬਹਾਦਰ ਕਹਿੰਦੇ ਰੰਗਿਆ, ਪਰ ਉਪਕਾਰੀ ਕਦੇ ਅਹਿਸਾਨ ਨਹੀਂ ਚਾਹੁੰਦਾ ਹੁੰਦਾ। ਮੈਂ ਪਰਉਪਕਾਰ ਕਰਨਾ ਹੈ। ਮੈਂ ਗੁਰੂ ਨਾਨਕ ਦਾ ਬਚਨ ਮੰਨ ਕੇ ਆਇਆ। ਆਖਰ ਗੁਰਮੁਖੋ ਸਮਾਂ ਆ ਗਿਆ। ਜਲਾਦ ਨੂੰ 9ਵੇਂ ਪਾਤਸ਼ਾਹ ਕਹਿੰਦੇ ਅਸੀਂ ਇਸ਼ਨਾਨ ਕਰਾਂਗੇ ਖੂਹੀ ਤੇ। ਇਸ਼ਨਾਨ ਕਰਕੇ ਥੜੇ ਤੇ ਬੈਠ ਜਾਵਾਂਗੇ, ਤੂੰ ਤਿਆਰ ਰਹੀਂ। ਅਸੀਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਨਾਨਕ ਦੇ ਚਰਨਾਂ ਤੇ ਸੀਸ ਝੁਕਾਵਾਂਗੇ। ਉਦੋਂ ਭਾਈ ਤੂੰ ਆਪਣਾ ਵਾਰ ਕਰ ਲਈ। ਅੱਜ ਕੇ ਆਖੋ ਸਤਿਨਾਮ। ਇੱਥੇ ਹੁਣ ਮੇਰੇ ਵਰਗੇ ਖਰੜ ਗਿਆਨੀਆਂ ਨੇ ਕੁਝ ਹੋਰ ਗਿਆਨ ਸ਼ੁਰੂ ਕੀਤਾ ਹੋਇਆ। ਕਹਿੰਦੇ ਗੁਰੂ ਤੇਗ ਬਹਾਦਰ ਦਾ ਸਿਰ ਆਪੇ ਕੱਟ ਕੇ ਜੈਥੇ ਦੀ ਢੋਲੀ ਚ ਪੈ ਗਿਆ। ਪਤਾ ਨਹੀਂ ਕਿੱਥੋਂ ਜੰਮੇ ਬ੍ਰਹਮ ਗਿਆਨੀ। ਆਪੇ ਕੱਟੋਗੇ। ਜੇ ਆਪੇ ਕੱਟ ਹੋ ਗਿਆ ਫਿਰ ਮੂਰਖੋਂ ਨੂੰ ਸ਼ਹੀਦ ਕਿਉਂ ਕਹਿੰਦੇ ਹੋ? ਇਹ ਤਾਂ ਆਤਮਘਾਤੀ ਹੋਇਆ ਜਿਹਨੇ ਆਪਣਾ ਸਿਰ ਆਪੇ ਵੱਢ ਲਿਆ। ਫਿਰ ਸ਼ਹੀਦ ਕਿਵੇਂ ਹੋ ਜਾਊਗਾ? ਉਹ ਦਸਮ ਪਾਤਸ਼ਾਹ ਨਾਲੋਂ ਗਿਆਨੀ ਬੜੇ ਜੰਮ ਪਏ। ਦਸਮ ਪਾਤਸ਼ਾਹ ਕਹਿੰਦੇ ਸੀਸ ਦੀਆ, ਇੱਥੇ ਕਹਿੰਦੇ ਆਪੇ ਉਤਰ ਗਿਆ। ਅੱਜ ਖੋ ਸਤ ਪਤਾ ਨਹੀਂ ਲੱਗਦਾ ਇੱਥੇ ਗਿਆਨ ਦਾ। ਕਹਿੰਦੇ ਰੰਗਜੇਬ ਨੂੰ ਕਹਿੰਦੇ ਤੇਰੀ ਤਲਵਾਰ ਮੇਰਾ ਸਿਰ ਕੱਟ ਨਹੀਂ ਸਕਦੀ। ਤਾਂ ਦਸਮ ਪਾਤਸ਼ਾਹ ਨੇ ਝੂਠ ਨਾਲ ਲਿਖਤਾ। ਫਿਰ ਝੂਠ ਲਿਖਿਆ ਵੀ ਸੀਸ ਦਿਆ ਪਰ ਸਿਰ ਨਾ ਦਿਆ। ਜੇ ਸੀਸ ਕੱਟਿਆ ਨਹੀਂ ਗਿਆ ਫਿਰ ਸ਼ਹੀਦ ਦੀ ਪਦਵੀ ਨਹੀਂ ਮਿਲਣੀ। ਫਿਰ ਸ਼ਹੀਦ ਕਿਵੇਂ ਕਹੋਗੇ ਤੁਸੀਂ? ਉਹ ਤਲਵਾਰ ਚੱਲੀ ਤੇ ਮਹਾਰਾਜ ਦਾ ਸੀਸ ਧੜ ਤੋਂ ਜੁਦਾ ਹੋਇਆ, ਕਿਉਂਕਿ ਅਨੰਦਪੁਰ ਸਾਹਿਬ ਤੋਂ ਸੀਸ ਦੇਣ ਗਏ ਤੇ ਕੋ ਸਤਿਨਾਮ। ਕਰਾਮਾਤ ਦਿਖਾਉਣੀ ਹੁੰਦੀ ਪਹਿਲਾਂ ਹੀ ਦਿਖਾ ਦਿੰਦੇ। ਸਜਾਏ ਮੌਤ ਹੁੰਦੀ ਉਹ ਨਾ, ਇਹੋ ਜਿਹੇ ਵਹਿਮਾਂ ਚ ਨਹੀਂ ਫਸਣਾ। ਆਪ ਮਹਾਰਾਜ ਨੇ ਆਖਿਆ ਅਸੀਂ ਸੀਸ ਝੁਕਾਵਾਂਗੇ, ਤੂੰ ਆਪਣਾ ਵਾਰ ਕਰੀ। ਉਸ ਸਮੇਂ ਝੱਖੜ ਝੁੱਲਿਆ। ਉਹ ਸਿੰਘ ਰੰਗਰੇਟੇ ਦੀ ਡਿਊਟੀ ਸੀ ਕਿ ਸੀਸ ਲੈ। ਬੈਰਾਗਮਈ ਚਿੱਠੀ ਸੰਗਤਾਂ ਵੱਲੋਂ, ਕਿਉਂਕਿ ਜਦੋਂ 9ਵੇਂ ਪਾਤਸ਼ਾਹ ਸ਼ਹੀਦ ਹੋਏ ਉਹਨਾਂ ਦੀ ਮਾਂ ਵੀ ਜਿਉਂਦੀ ਸੀ। ਆਖੋ ਸਤਿਨਾਮ। ਮਾਤਾ ਨਾਨਕੀ ਵੱਡੀ ਉਮਰ, ਜਿਹਦਾ ਇੱਕੋ ਪੁੱਤ ਗੁਰੂ ਜਾਗਤ ਗੁਰੂ ਸਾਹਮਣੇ ਮਰੇ ਸ਼ਹੀਦ ਹੋਵੇ, ਉਸ ਮਾਂ ਦਾ ਕੀ ਹਾਲ ਹੋਊਗਾ? ਚਿੱਠੀ ਲਿਖੀ ਸੀ ਪਰਿਵਾਰ ਨੇ। ਮਹਾਰਾਜ ਦੀ ਸ਼ਹੀਦੀ ਦੇ ਬਚਨ ਸੁਣ ਕੇ ਬੈਰਾਗ ਵਿੱਚ ਆ ਕੇ ਜਲ ਪਾਣੀ ਛੱਡ ਦਿੱਤਾ। ਉਹ ਚਿੱਠੀ ਦਾ ਉੱਤਰ, ਜਿਹਨੂੰ ਤੁਸੀਂ ਹੁਣ ਭੋਗ ਦੇ ਸ਼ਲੋਕ ਕਹਿੰਦੇ, ਅਨੰਦਪੁਰ ਸਾਹਿਬ ਤੋਂ ਚਿੱਠੀ ਲੈ ਕੇ ਸਿੱਖ ਦਿੱਲੀ ਆਇਆ। ਉਹਦਾ ਜਵਾਬ ਜਿਹੜਾ ਦਿੱਤਾ ਨਾ, ਉਹ 52 ਸ਼ਲੋਕ ਨੇ। ਗੁਣ ਗੋਬਿੰਦ ਗਾਇਓ ਨਹੀਂ। ਇਹ ਜਿਹੜੇ 52 ਸ਼ਲੋਕ ਨੇ ਨਾ, ਇਹ ਭੋਗ ਦੇ ਸ਼ਲੋਕ ਤਾਂ ਤੁਸੀਂ ਉਹੀ ਜਟਕਾ ਨਾਮ ਰੱਖ ਲਿਆ ਆਪਾਂ ਨੇ। ਇਹ ਭੋਗ ਦੇ ਸ਼ਲੋਕ ਨਹੀਂ, ਇਹ ਸ਼ਲੋਕ ਹੈ ਵਾਰਾਂ ਤੇ ਵਧੀਕ ਦੇ। ਨੋਟ ਕਰ ਲਿਓ, ਇਹਨਾਂ ਸ਼ਲੋਕਾਂ ਦਾ ਹੈਡਿੰਗ ਹੈ ਵਾਰਾਂ ਤੇ ਵਧੀਕ, ਜਿਹਦੇ ਵਿੱਚ 4 ਗੁਰੂਆਂ ਦੀ ਬਾਣੀ ਹੈ। ਸਤਿਗੁਰੂ ਨਾਨਕ ਦੇਵ ਜੀ ਦੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਆਖਰੀ 5ਵੇਂ। ਇਹ ਸ਼ਲੋਕ 12 ਤੇ ਵਧੀਕ ਹੈ। ਤੇ ਆਪਾਂ ਨੇ ਭੋਗ ਦੇ ਸ਼ਲੋਕਾਂ ਤੇ ਰੱਖ ਲਿਆ। ਉਹ ਸਿੱਧੀ ਪੰਜਾਬੀ ਆਪਣੀ, ਜਦ ਕੋਈ ਗੱਲ ਸਮਾਪਤ ਹੋ ਜਵੇ ਕਹਿ ਦਿੰਦੇ ਆ ਭੋਗ ਪੈ ਗਿਆ। ਕੋਈ ਸੈਦਨਾ ਇਹ ਆਉਂ ਵੀ ਤੁਸੀਂ ਤਾਂ ਹਟਦੇ ਨਹੀਂ। ਤੁਸੀਂ ਤਾਂ ਸਿੱਧੇ ਹੀ ਕਹਿ ਦਿੰਦੇ ਹਟ ਜਾ, ਨਹੀਂ ਭੋਗ ਪਾ ਦੂੰਗਾ। ਥੋੜਾ ਕਿਤੇ ਇੱਕ ਵਿਆਹ ਕਰਨ। ਭੋਗ ਦਾ ਮਤਲਬ ਹੈ ਸਮਾਪਤੀ ਤੇ ਆ ਗਏ, ਤਾਂ ਆਪਾਂ ਨੇ ਭੋਗ ਦੇ ਸ਼ਲੋਕ ਰੱਖ ਲਿਆ ਨਾ। ਵੈਸੇ ਭੋਗ ਦੇ ਸ਼ਲੋਕ ਨਹੀਂ ਹੈ, ਇਹ ਸ਼ਲੋਕ ਹੈ ਵਾਰਾਂ ਤੇ ਵਧੀਕ। ਜੋ ਸ਼ਲੋਕ 12 ਵਿੱਚ ਨਹੀਂ ਲਿਖੇ ਗਏ, ਗਾਂ ਲਿਖ ਦਿੱਤੇ।
ਉਹ 52 ਨੇ ਗੁਰਮੁਖੋ, ਤੇ ਜਿਹੜੇ ਤੁਸੀਂ ਭੋਗ ਦੇ 52 ਸ਼ਲੋਕ ਸੁਣਦੇ ਹੋ ਨੌਵੇਂ ਪਾਤਸ਼ਾਹ ਦੀ ਬਾਣੀ, ਉਹਦੇ ਵਿੱਚ 49 ਸ਼ਲੋਕ ਜੁਦੇ ਨੇ। ਇਹ ਗੱਲ ਉਹਨਾਂ ਵਾਸਤੇ ਮੈਂ ਬੋਲ ਰਿਹਾ ਹਾਂ ਜਿਵੇਂ ਕੜਾਹੇ ਵਿੱਚੋਂ ਚੌਲ ਦੇਖ ਕੇ ਹੀ ਲਾਂਗਰੀ ਕਹਿ ਦਿੰਦਾ ਵੀ ਰਿੱਝ, ਇਹ ਚੌਲ ਦੇਖਣ ਵਾਲੀ ਗੱਲ ਹੈ। ਉਹ ਜਿਹੜੇ 52 ਭੋਗ ਦੇ ਸ਼ਲੋਕ ਨੇ ਉਹਨਾਂ ਵਿੱਚੋਂ 49 ਜੁਦੇ ਨੇ, 2 ਜੁਦੇ ਨੇ ਤੇ 1 ਜੁਦਾ ਹੈ। ਉਹਦੇ 3 ਹਿੱਸੇ ਨੇ ਭੋਗ ਦੇ ਸ਼ਲੋਕਾਂ ਦੇ। ਜਿਹੜੇ 49 ਸ਼ਲੋਕ ਪਹਿਲੇ ਨੇ ਉਹ ਤੇਗ ਬਹਾਦਰ ਜੀ ਨੇ ਸਾਰੀ ਸੰਗਤ ਦੇ ਪ੍ਰਥਾਏ ਉਚਾਰੇ। ਜਿਹੜਾ 50 ਤੇ 51ਵਾਂ ਸ਼ਲੋਕ ਹੈ ਨਾ, ਉਹ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਜੀ ਨੂੰ ਲਿਖ ਕੇ ਭੇਜਿਆ। ਅੱਜ ਕੇ ਆਖੋ ਸਤਿਨਾਮ ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਵਾਰ, ਕਉ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ। ਇਹ ਜਿਹੜੇ 2 ਸ਼ਲੋਕ ਨੇ ਇਹ ਆਪਣੀ ਮਾਤਾ ਨਾਨਕੀ ਜੀ ਨੂੰ ਲਿਖ ਕੇ ਭੇਜੇ ਸੀ ਨੌਵੇਂ ਪਾਤਸ਼ਾਹ। ਆ ਜਿਹੜਾ 52ਵਾਂ ਸ਼ਲੋਕ ਹੈ, ਜੋ ਉਪਜੋ ਸੋ ਬਿਨ ਸਗੈ ਪਰੋ ਆਜ ਕੇ ਕਾਲ, ਇਹ ਜਿਹੜਾ ਸ਼ਲੋਕ ਹੈ ਇਹ ਆਪਣੀ ਧਰਮ ਸਪਤਨੀ ਮਾਤਾ ਗੁਜਰੀ ਜੀ ਨੂੰ ਲੈ ਕੇ ਭੇਜਿਆ ਸੀ। ਅੱਜ ਕੇ ਆਖੋ ਇਹ 3 ਹਿੱਸੇ ਨੇ ਸ਼ਲੋਕਾਂ ਦੇ। ਉਹਨਾਂ ਨੂੰ ਇਸ ਦੁਨਿਆਵੀ ਬਰਾਗ ਵਿੱਚੋਂ ਕੱਢ ਕੇ ਅਸਲੀ ਬਰਾਗ ਵਿੱਚ ਲਿਜਾਣਾ ਸੀ। ਉਹ ਤਾਂ ਸ਼ਲੋਕਾਂ ਦਾ ਉਚਾਰਨ ਕੀਤਾ। ਹੁਣ ਤਾਂ ਤੁਸੀਂ ਸੁਣਦੇ ਹੀ ਨਹੀਂ, ਜਾਂਦੇ ਉਹਨੇ ਭੋਗ ਤੇ, ਜਾਂ ਭੋਗ ਪੈਂਦਾ ਆਂਢੀ ਗੁਆਂਢੀ ਦੇ ਰਿਸ਼ਤੇਦਾਰਾਂ ਦੇ, ਜਾਣੇ ਤੁਸੀਂ? ਉਹ ਸਭ ਝੂਠ ਬੋਲਦੇ ਆ। ਕਾਹਨੂੰ ਜਾਣੇ ਤੁਸੀਂ? ਤੁਸੀਂ ਜਾਂਦੇ ਨਹੀਂ, ਤੁਹਾਨੂੰ ਜਾਣਾ ਪੈਂਦਾ ਹੈ। ਅੱਜ ਕੇ ਆਖੋ ਜਾਣਾ ਹੋਰ ਹੁੰਦਾ, ਜਾਣਾ ਪੈਣਾ ਹੋਰ ਹੁੰਦਾ। ਤੁਹਾਡੀ ਮਜਬੂਰੀ ਹੈ ਵੀ ਜੇ ਨਾ ਗਏ ਉਹ ਗੁੱਸੇ ਹੋ ਜਾਊਗਾ। ਉਹ ਸਾਡੇ ਆਇਆ ਸੀ, ਸਾਨੂੰ ਵੀ ਜਾਣਾ ਹੀ ਪੈਣਾ। ਸੁਣ ਕੋਈ ਨਹੀਂ ਜਾਂਦਾ ਤੁਹਾਡੇ ਚੋਂ। ਤੁਸੀਂ ਤਾਂ ਕੀ ਸੁਣਦੇ, ਤਾਂ ਘਰ ਦਾ ਨਹੀਂ ਹੈਗਾ, ਉਹ ਨਹੀਂ ਬੈਠਦਾ। ਪਾਠੀ ਵਿਚਾਰੇ 3 ਦਿਨ ਸੰਗ ਪੜਾ ਲੈਣੇ। ਆ ਜੋ ਰੱਬੋ ਵਾਲੇ ਫਲਾਣੇ ਦੇ ਅਖੰਡ ਪਾਠ ਰੱਖਣਾ, ਸੁਣ ਲੋ ਬਾਣੀ ਤਰ ਜਾਓਗੇ। ਗਬਲੇ ਦਿਨ ਫੇਰ ਅਨਾਉਂਸਮੈਂਟ, ਆ ਜੋ ਹੁਣ ਮੱਝ ਦਾ ਭੋਗ ਲੱਗਣਾ। 32 ਦਿਨ ਤਾਂ ਵਿਚਾਰੇ ਤੜਕੇ ਤੇ ਹੀ ਲੱਗ ਜਾਂਦੇ। ਅੱਜ ਤਾਂ ਜ਼ਰੂਰ ਆ ਜਿਓ, ਭੋਗ ਪੈਣਾ। ਦੇਖੋ ਕਿਵੇਂ ਮਿੰਨਤਾਂ ਕਰਦੇ ਆ ਬਾਬੇ ਕੋਲ ਨੂੰ ਬੁਲਾਉਣ ਤੋਂ। ਆ ਜੋ ਭੋਗ ਪੈਣਾ ਜ਼ਰੂਰ ਆਇਓ। ਪਰ ਬਾਹਰੋਂ ਤਾਂ ਆ ਜਾਣਗੇ, ਘਰ ਦਾ ਨਹੀਂ ਬੈਠਦਾ। ਉਧਰ ਤਾਂ ਗ੍ਰੰਥੀ ਸ਼ਲੋਕ ਸ਼ੁਰੂ ਕਰ ਦਿੰਦੇ, ਗੁਣ ਗੋਬਿੰਦ ਗਾਇਓ ਨਹੀਂ, ਇੱਥੇ ਸ਼ੁਰੂ ਹੁੰਦੇ ਨਾ। ਗ੍ਰੰਥੀ ਤਾਂ ਕਹਿਣਗੇ ਗੁਣ ਗੋਬਿੰਦ ਗਾਇਓ ਨਹੀਂ। ਉਹ ਜਿਹੜਾ ਅਖੰਡ ਪਾਠ ਕਰਾਉਣ ਵਾਲਾ ਉਹ ਫਿਰਨੀ ਤੇ ਖੜਾ ਹੁੰਦਾ ਬਾਹਰ, ਉਹ ਕਹੂਗਾ MLA ਆਇਓ ਨਹੀਂ, ਕਰਾ ਲਓ ਅਖੰਡ ਪਾਠ। ਗ੍ਰੰਥੀ ਕਹਿਣਗੇ ਗੁਣ ਗੋਬਿੰਦ ਗਾਇਓ ਨਹੀਂ, ਉਹ ਕਹੂਗਾ ਚੋਏ ਵਾਲਾ ਆਇਓ ਨਹੀਂ। ਉਹ ਢੀਕਦਾ ਬਾਹਰ ਖੜਾ, ਕੋਈ DC ਆਊਗਾ, ਕੋਈ ਚੋਏ ਵਾਲਾ ਆਊਗਾ। ਓਏ ਹੱਸੋ ਨਾ, ਸੰਗ ਕਰੋ। ਜਿਹਦੇ ਘਰ 10 ਪਾਤਸ਼ਾਹ ਆਏ ਬੈਠੇ ਹੁਣ, ਉਹ ਸੜਕਾਂ ਤੇ ਖੜਾ ਬੰਦਿਆਂ ਨੂੰ ਢੀਕਣ ਦੇ। ਐਨੀ ਮਨਮਤ 10 ਗੁਰੂ ਘਰ ਬੈਠੇ ਨੇ ਤੇ ਢੀਕਣ ਦੇ MLA ਨੂੰ, ਢੀਕਣ ਦੇ ਵਜ਼ੀਰ ਨੂੰ। ਦੁੱਖ ਮਨਾਓ ਸੁੱਖ ਮਨਾਓ। ਜੇ ਬੰਦਿਆਂ ਨੂੰ ਢੀਕਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਘਰ ਨਾ ਲਿਜਾਏ ਕਰੋ। ਬੰਦਿਆਂ ਨੂੰ ਬਿਠਾ ਕੇ ਬਰਫੀ ਖਾ ਦੇ ਕਰੋ। ਅੱਜ ਕੇ ਆਖੋ ਸਤਿਨਾਮ। 10 ਪਾਤਸ਼ਾਹ ਦੀ ਜੋਤ 3 ਦਿਨ ਤੋਂ ਤੇਰੇ ਘਰ ਪ੍ਰਕਾਸ਼ ਹੈ, ਤੇ ਤੂੰ ਢੀਕਦੇ ਚੋਏ ਵਾਲਿਆਂ ਨੂੰ, ਢੀਕਦੇ ਝੰਡੀਆਂ ਵਾਲਿਆਂ ਨੂੰ, ਢੀਕਦੇ MLA ਨੂੰ। ਇਹ ਬਾਪੂ ਨੂੰ ਕਾਹਨੂੰ ਲਿਜਾਨੇ ਹੋ? ਫਿਰ ਜੇ ਲਿਜਾਨੇ ਹੋ ਤੇ ਕੋਲ ਬੈਠੋ ਹਾਜ਼ਰੀ ਪਰ। ਜਾਂ ਤੁਹਾਡੇ ਵਜ਼ੀਰ ਆ ਜਾਵੇ, 1 ਮਿੰਟ ਪਾਸੇ ਹੋ ਕੇ ਤਾਂ ਦਿਖਾਇਓ, ਅੱਗੇ ਪਿੱਛੇ ਫਿਰੋਗੇ। ਉਦਣ ਤਾਂ ਬੀਬੀਆਂ ਵੀ ਕੌਲੀਆਂ ਐ ਰਗੜ ਦਨੀਆਂ, ਉਹਨਾਂ ਦਾ ਰੰਗ ਵੀ ਤਾਰ ਦਨੀਆਂ ਵੀ ਕਿਤੇ ਧੱਬਾ ਨਾ ਰਹਿ ਜਾਵੇ। MLA ਨੇ ਚਾਹ ਪੀ, ਗਲੀਆਂ ਵਿੱਚ ਵੀ ਕਲੀ, ਤੌਲੀਏ ਵੀ ਨਵੇਂ। ਤੇ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਘੱਲ ਜਾਣਾ, ਗਲੀ ਵਿੱਚ ਝਾੜੂ ਵੀ ਨਹੀਂ ਮਾਰਨਾ। ਜਿੱਦਣ MLA ਨੂੰ ਚਾਹ ਪਿਲਾਉਣੀ ਹੈ, ਰਗੜ ਦੇਣੀ ਹੈ ਪਲੇਟਾਂ ਤੌਲੀਏ ਨਾਲ।
ਕਿਤੇ ਧੱਬਾ ਨਾ ਰਹਿ ਜਾਵੇ। ਜਿੱਦਣ ਅਖੰਡ ਪਾਠ ਕਰਾਉਣਾ ਉਦੋਂ ਨਾਲ ਘਰ ਵਾਲਾ ਕਹੂਗਾ ਲਾਗੀ ਨੂੰ, ਨੌਕਰ ਨੂੰ, ਉਹ ਕੜਾਹੀ ਮਾਂਜ ਕੇ ਦੇ ਭਾਈ ਜੀ ਨੇ ਕੜਾਹ ਬਣਾਉਣਾ ਹੈ। ਸਤਿਨਾਮ, ਗੁਰੂ ਕੀ ਦੇਖਦੇ ਭਾਂਡੇ ਵੀ ਨਹੀਂ ਆਪ ਮਾਂਜਣੇ, ਐਮਐਲਏ ਦੀਆਂ ਜੁੱਤੀਆਂ ਸਾਫ਼ ਕਰਦਾ ਫਿਰੂਗਾ, ਕਲੀਆਂ ਵਿਛਾਉਂਦੇ ਫਿਰੋਗੇ। ਇਹਨਾਂ ਗੱਲਾਂ ਨੇ ਠੋਕਰਾਂ ਮਾਰੀਆਂ, ਹੁਣ ਵੀ ਬਚ ਜਾਓ। ਇਹ ਸਭ ਠੋਕਰਾਂ ਜਿਹੜੀਆਂ ਪਈਆਂ ਗੁਰੂ ਦਾ ਸਤਿਕਾਰ ਛੱਡ ਕੇ ਬੰਦਿਆਂ ਦਾ ਸਤਿਕਾਰ। ਤੇ ਮੇਰੇ ਵਰਗਾ ਥੋੜੇ ਭੋਗ ਤੇ ਚਲਿਆ ਜਾਵੇ ਨਾ ਖੰਡ ਪਾਠ ਤੇ, ਕਿਤੇ ਭੁੱਲੇ ਜਾਣਾ ਵੀ ਇੱਥੇ ਖੰਡ ਪਾਠ ਹੈ। ਡੇਢ ਮਾਲਿਆਂ ਦੇ ਉੱਪਰ ਨੂੰ ਇਹ ਸੰਤ ਦੇ ਪੈਰਾਂ 'ਚ ਦੀਪੜ ਪਾ ਦਿੰਨੇ। ਆ ਬੀਬੀਓ ਤੁਸੀਂ ਗੁੱਸਾ ਨਾ ਕਰਿਓ, ਤੁਸੀਂ ਬਹੁਤ ਆਉਂਦੀਆਂ ਰਹੀਆਂ ਦੁਆਨ 'ਚ, ਪਰ ਤੁਹਾਨੂੰ ਬੇਨਤੀ ਹੈ ਵੀ ਜੇ ਤੁਸੀਂ ਪਖੰਡ ਛੱਡ ਦੋ ਨਾ 80% ਪਖੰਡ ਮੁੱਕ ਜਾਵੇ। ਇਧਰ ਤਾਂ 20% ਆ, ਉਹਨੂੰ ਅਸੀਂ ਠੀਕ ਕਰ ਲੈਂਗੇ। ਅੱਜ ਖੁਦ ਸਤਿਨਾਮ 80% ਤੁਹਾਡੀ ਕਿਰਪਾ ਹੈ। ਸਾਰੇ ਪਖੰਡ ਆ ਜਵੇ ਇੱਥੇ ਰੱਬੋਂ ਕੋਈ ਸ਼ਹੀਦਾਂ ਦੀ ਧਰਤੀ ਆ ਡੱਗੀ ਜੀ ਲਾਈ ਫਿਰਦੇ ਪੁੱਛਿਆ ਦਿੰਦੇ ਬਈ ਜਦੋਂ ਸਾਡੀ ਬੁੜੀ ਵਿਹੜੇ 'ਚ ਪੀੜਾ ਢਾ ਦਿੰਦੀ ਹੈ, ਪਹਿਲਾਂ ਤੈਨੂੰ ਚੰਨਾ ਪਲਾਊ ਦੁੱਧ ਦਾ, ਫਿਰ ਹੱਥ ਕਰੂ ਮੂਹਰੇ ਦੇਖਿਓ ਜੀ। ਲੈ ਮੇਰੇ ਤੇ ਸੁਣ ਲਓ ਜੋਤਸੂ ਦੀ ਕਿਆ ਹੁੰਦੀ ਹੈ, 3 ਗੱਲਾਂ ਹੁੰਦੀਆਂ। ਪਹਿਲਾਂ ਦੇਖ ਕੇ ਨਾ ਹੱਥ ਮਾਈ ਦਾ ਕਹੂਗੀ ਕਮਾਈ ਤਾਂ ਬਹੁਤ ਕਰਦੇ ਆ ਪਰ ਟਿਕਦੀ ਨਹੀਂ ਹੈ। ਇੱਥੋਂ ਜੋਤਿਸ਼ ਸ਼ੁਰੂ ਹੁੰਦੀ। ਆ ਮੇਰੇ ਤੇ ਹੀ ਸੁਣ ਜਿਓ, ਅੱਜ ਤੇ ਉਹਨੂੰ ਨਾ ਪੁੱਛਿਆ 3 ਗੱਲਾਂ ਦੱਸਣੀਆਂ ਉਹਨੇ। ਤੁਸੀਂ ਕੰਮ ਤੇ ਬਹੁਤ ਮੁੰਡੇ ਕਰਦੇ ਪਰ ਮਾਇਆ ਟਿਕਦੀ ਨਹੀਂ। ਉਹਨੂੰ ਕੰਨ ਤੇ ਫੜ ਕੇ ਪੁੱਛੇ ਵੀ ਇਹ ਟਿਕਣ ਵਾਲੀ ਚੀਜ਼ ਨਹੀਂ, ਤੇਰਾ ਬਾਪ ਕਿਹੜਾ ਟਿਕਾ ਦੂ ਇਹਨੂੰ, ਇਹ ਤਾਂ ਹੁਣ ਜਾਣ ਵਾਲੀ ਚੀਜ਼ ਹੈ, ਧਨ ਕਰਤੇਗਾ ਖੇਲ, ਕਦੇ ਆਵੇ ਕਦੇ ਜਾਏ, ਇਹ ਕਿਤੇ ਟਿਕਣ ਵਾਲੀ ਚੀਜ਼ ਹੈ ਵੀ ਤੂੰ ਹੀ ਟਿਕਾ ਲੈ, ਡੱਗੀ ਚ ਕੀ ਫਿਰਦਾ, ਤੇਰੇ ਕੋਲ ਨਾ ਟਿਕੀ। ਦੂਜੀ ਗੱਲ ਹੋਰ ਕਹੂਗਾ ਕਦੇ ਕਦੇ ਮੈਸ਼ਾਂ ਵੀ ਖਰਾਬ ਕਰਦੀਆਂ। ਲੱਜੀ ਤੇ 6 ਰੱਖੀਆਂ ਵੀ 1 ਲੱਤ ਮਾਰਨ ਵਾਲੀ ਹੋਊਗੀ, ਉਹ ਕਿਤੇ 6 1 ਜੀਆਂ ਜੰਮ ਪੈਣਗੀ। ਬਸ 30 ਉਹਦੀ ਜੋਤਿਸ਼ ਹੋਰ ਹੈ, ਉਹ ਤਾਂ ਸਿਰੇ ਦੀ ਗੱਲ ਹੈ ਨਾ ਬੀਬੀਆਂ ਵਾਸਤੇ। ਜਿੱਦਣ ਦਾ ਮੁੰਡਾ ਵਿਆਹ ਹੈ ਥੋੜੀ ਜੀ ਗੜਬੜ ਰਹਿੰਦੀ, ਲਵਾ ਲਓ ਜੋਤਿਸ਼। ਆਹ ਗੱਲ ਹੈ ਹੀ ਸੱਚੀ। ਬਸ ਆਹ ਜੋਤਿਸ਼ ਪਿੱਛੇ ਨਾ ਫਿਰ ਬੀਬੀਓ ਇੱਥੇ ਤਾਂ ਚੜਾਉਂਗੀਆਂ ਤੁਸੀਂ 1 ਰੁਪਈਆ ਤੇ ਗੁਰਦੁਆਰੇ ਤੇ ਲੈ ਕੇ ਆਉਂਗੀਆਂ ਕੌਲੀ ਆਟੇ ਦੀ, ਉਹਨੂੰ ਫਿਰ 25 ਕਿਲੋ ਦੀ ਪਰਾਤ ਕਣਕ ਦੀ। ਹਿਸਾਬ ਲਾ ਲਓ 25 ਛਿੱਕਾ 150 ਦੀ ਹੋ ਗਈ, ਪੈ ਗਈ ਦਿਹਾੜੀ। ਖੁਸ਼ ਨਹੀਂ 5 ਕਿਲੋ ਤੇ ਘੱਟ ਤਾਂ ਹਿਲਦਾ ਹੀ ਨਾ, ਉਹ 25 ਦੀ ਹੋ ਗਈ। ਦੇਖੋ ਇੱਕ ਘਰ ਚੋਂ 25 ਮਿਲ ਗਏ ਜੇ ਕੱਪੜਾ ਜੁਦਾ। ਤੇ ਜਾਂਦਾ ਹੋਇਆ ਇਹ ਨਹੀਂ ਕਹਿ ਕੇ ਜਾਂਦਾ ਗੁਰਦੁਆਰੇ ਦੇਖ ਬਣਾਇਓ, ਕਹਿੰਦਾ ਕੀੜਿਆਂ ਦੇ ਭੌਣ ਤੇ ਚੌਲ ਪਾਇਓ। ਅੱਗੇ ਤੰਗ ਕਰੇ ਪਏ ਜੱਟ ਇਹਨਾਂ ਨੇ, ਅੱਜ ਖੁਸ਼ ਖੱਡਾਂ ਪੱਟ ਕੇ ਤੇ ਹੋਰ ਕਹਿੰਦੇ ਕੀੜਿਆਂ ਨੇ ਇਹ ਨਾ ਕਿਸੇ ਭੁੱਖੇ ਨੂੰ ਰੋਟੀ ਦਿਓ, ਲੰਗਰ ਵਿੱਚ ਦਾਲ ਪਾਇਓ, ਨਹੀਂ ਕੀੜਿਆਂ ਨੂੰ ਚੌਲ ਪਾਇਓ ਕਿ ਫਿਰ ਨੂੰਹ ਟਿਕ ਜੂਗੀ। ਫਿਰ ਡਾਂ ਖਿਣ ਤੇ ਕਿਉਂ ਕਰਦੀਆਂ ਪਖੰਡ ਬੀਬੀਓ ਤੁਸੀਂ। ਬਚ ਜੋ ਕਰ ਕਿਰਪਾ ਦਿਓ ਮੋਹਨਾਮਾ ਬੰਧਨ ਤੇ ਛੁਟਕਾਰਾ। ਆ ਜਿਹੜੇ ਫਿਰਦੇ ਆਲੇ ਦੁਆਲੇ ਰੋਗ ਲੱਗੇ ਕਿਉਂ ਹੈ? ਕੋਈ ਡਾਕਟਰ ਉਸ ਮਰੀਜ਼ ਨੂੰ ਰਾਜੀ ਨਹੀਂ ਕਰ ਸਕਦਾ ਜਿਹਨੂੰ ਇਹ ਨਾ ਪਤਾ ਲੱਗੇ ਵੀ ਇਹ ਰੋਗ ਪੈਦਾ ਕਿੱਥੋਂ ਹੋਇਆ। ਹਰ ਡਾਕਟਰ ਦੀ ਥਿਊਰੀ ਤੇ ਤੁਸੀਂ ਵੀ ਰਾਜੀ ਨਹੀਂ ਹੋਵੋਗੇ ਜਦ ਤੱਕ ਪਤਾ ਨਹੀਂ ਕਰੋਗੇ ਰੋਗ ਲੱਗੇ ਕਿੱਥੋਂ। ਇਹ ਰੋਗ ਲੱਗੇ ਹੈ ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਇੱਥੇ ਹੀ ਹੁੰਦਾ ਸੀ ਸਾਡਾ ਬਾਪੂ, ਬਲੱਡ ਪ੍ਰੈਸ਼ਰ ਹੁੰਦਾ ਹੀ ਨਹੀਂ ਤਾਂ ਉਹਨੂੰ, ਮੋਤੀਆ ਉਤਰਦਾ ਹੀ ਨਹੀਂ ਥਾ, ਅੰਮ੍ਰਿਤਸਰ ਨੂੰ ਤੁਰ ਕੇ ਹੀ ਚਲੇ ਜਾਂਦਾ ਥਾ, ਗੋਡੇ ਦੁਖਦੇ ਹੀ ਨਹੀਂ ਥੇ। ਇੱਥੇ ਹੁਣ 6-6 ਸਾਲ ਦੇ ਨਿਆਣਿਆਂ ਦੇ ਐਨਕ ਲੱਗੀ ਵੀ ਹੈ। 18-18 ਸਾਲ ਦੇ ਜਦ ਗੁਰਦੁਆਰੇ ਜਾਣਗੇ ਨਾ, ਬੁੜੇ ਤਾਂ ਬੈਠਣਗੇ ਮੂਹਰੇ ਤੇ 18 ਸਾਲ ਦਾ ਢਾਸਣਾ ਲਾ ਕੇ ਬੈਠੂ ਕੰਧ ਨਾਲ, ਕਹਿੰਦਾ ਬੈਕ ਪੇਨ ਹੁੰਦੀ ਹੈ, ਕਰਾ ਲਓ ਇਹਨਾਂ ਤੋਂ ਕਮਾਈਆਂ। ਕਿਤੇ ਜੱਟ ਕਹਿ ਦੇਵੇ ਨਾ ਜਾ ਭਈਏ ਗੁੱਟਦੇ ਆ ਕਣਕ, ਚਾਹ ਦੇ ਆ ਮੁੰਡੇ ਨੂੰ, ਉਹ ਚਾਹ ਨਹੀਂ ਦੇਖਦਾ ਵੀ ਤੱਤੀ ਹੈ ਕਿ ਠੰਡੀ ਹੈ, ਪਹਿਲਾਂ ਦੇਖੂਗਾ ਸਕੂਟਰ 'ਚ ਤੇਲ ਹੈ ਕਿ ਨਹੀਂ। ਖੇਤ ਤੱਕ ਤੁਰ ਕੇ ਨਹੀਂ ਜਾ ਸਕਦੇ, ਕਮਾਈ ਤਾਂ ਕੀ ਕਰਾਓਗੇ ਨਾ ਤੁਸੀਂ ਖੇਤ ਤੱਕ। ਗੁਰਮੁਖ ਪਿਆਰਿਓ ਪਹਿਲਾਂ ਰੋਗ ਦਾ ਕਾਰਨ ਲੱਭੋ। ਕਾਰਨ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਦਾ। ਬੇਮੁਖ ਹੋ ਕੇ ਰਾਮ ਤੋਂ ਤੇ ਇਹਦਾ ਇਲਾਜ ਵੀ ਇੱਕੋ ਹੈ। ਮੇਰਾ ਬੈਦ ਹੈ ਗੁਰੂ ਗੋਬਿੰਦ ਨਾਮ ਦੀ ਦੁਆ
ਨਾਮ ਦੀ ਦਵਾਈ ਵੰਡਦਾ ਮੇਰੇ ਪਿਆਰੇ ਨਾਮ ਦੀ ਦਵਾਈ ਵੰਡਦੇ ਪਿਆਰੇ ਜੀ ਬਾਣੀ ਦੀ ਦਵਾਈ ਵੰਡਦੇ मेरा बात कर गुरु गोविंद नाम दी दुआई वंडदा वैद है गुरु गोविंद नाम दी दुआई वंडदा मेरा वैद गुरु गोविंद हर हर नाम अवखद मुख देवे काटे जमकी ओ 52 श्लोक पढ़िया करो सुनिया करो सतगुरु पातशाह दा सीस उस सिंह नगरेटे सिख ने संभालिया बड़ी कुर्बानी गुरमुखो तरथल मच गई सी नेरी चली ते सतगुरां दा धड़ उत्थे ही पिया किसे च हिम्मत ना के महाराज दे स्वरूप नूं पुछे सेवा करे ओ लखी सारा व्यापारी जिथे हुण रकाबगंज बनिया होया गुरु ਉਹ ਰੂੰ ਦਾ ਵਪਾਰ ਕਰਦਾ ਹੁੰਦਾ ਸੀ ਗੱਡੇ ਲੱਦੀ ਆਉਂਦਾ ਸੀ ਉਹਨੂੰ ਕੀ ਪਤਾ ਸੀ ਇਹ ਭਾਣਾ ਵਰਤੇ ਜਦ ਲੋਕਾਂ ਵਿੱਚ ਭਗਦੜ ਵੇਖੀ ਰੁਦਨ ਹੁੰਦਾ ਵੇਖਿਆ ਉਹਨੇ ਪੁੱਛਿਆ ਗੱਲ ਕੀ ਹੋ ਗਈ ਸਿੱਖ ਕਹਿੰਦੇ ਵੀ ਗੱਲ ਜਿਹੜੀ ਹੋਲੀ ਉਹਦਾ ਇੰਨਾ ਹੀ ਹੁਣ ਤੂੰ ਗੱਲ ਨਾ ਕਰ ਜਿਹੜੀ ਹੋਈ ਪਈ ਹੈ ਉਹਨੂੰ ਸਾਰ ਸ਼ਹੀਦ ਕਰ ਦਿੱਤਾ ਨੌਵੇਂ ਪਾਤਸ਼ਾਹ ਨੂੰ शीश लै गया सिख पर धड़ कोई चुकदा नहीं बस उतों ही गड्डे फिर चांदनी चौक वाली सड़क पाले लाल किले सेवा बख्शी अमर हो गया दुनिया में वो गड्डियां दे विच महाराज दा स्वरूप रूह विच लकोया इतिहास में यह भी लिखे कि तलाशी भी हुई गड्डियां दी तलाशी हुई पर तलाशी विच तां लभदे जे गुरु केवल शरीर हुंदा जे कला दे हुंदा ते लभ पैंदा ते निर्गुण आप सरगुण पियो किथों लभणे सी आखिर गुरमुख प्यारे पैरे लगे वे कोई ऊंची साह ना कढे ते थल मच गया फिर संस्कार किवें करे बहुत बिउंता सोचियां कि मैं लैता आया हुण बेअदबी होऊ शरीर दी बस फिर पर पुकार जेड़ा रूह नाल भरिया घर सी जिस चीज का व्यापारी कोई हुंदा वही मालकार हुंदा अमीर सी बापे जपजी साहब का पाठ किया सोले साहब का पाठ किया करके अरदास ते अपने घर नूं अग लाती अज के आखो बहुत देर रौला ही नहीं पाया उदो दिल्ली इन्नी संघनी नहीं सी हुंदी जिहड़ी हुण आ रकाबगंज का खिता तो हुण भी तुहानूं पता भी संघना नहीं है ये तो हुण कोठियां काठियां पै गईयां वो तो खुली जगह बहुत जिथे इहदा हाथा सी गुरसिख प्यारे जद इहनूं तसल्ली हो गई कि हुण सतगुरां दा संस्कार हो जाऊगा
फिर रौला पाया मेरे घर नूं अग लग गई। रात्रि का समा सी, किने होना सी उत्थे? इन्हें नूं महाराज का संस्कार हो गया। और रकाबगंज की बिल्डिंग गुरुद्वारे की तुहाडे चों बहुत ने दर्शन किया होना। वो जिहड़ा गुरुद्वारा ना, वो दिल्ली का इको सिख है जिन्हें सारी सेवा की। और उन्हें दिल्ली कमेटी को लिख के दिता हुआ है कि इत्थे दे चढ़ावे का एक पैसा भी इत्थे नहीं लाना, कोई गराही नहीं करनी, ये सारी सेवा कले सिख दी है। ये सेवा बख्श दे। उधर भाई जैसा शीश लैके वो पता किमें दिल्ली पुजे, 4 रात कटियां, रास्ते विचारे पड़ा बने हुए। एक पड़ा अपने को है जिथे हवाई अड्डा बने चंडीगढ़ का, जिहदा पहला पिंड भवात नौ सी, हुण दौलत सिंह वा है। ਉਹਦੇ ਕੋਲ ਨਾਭਾ पिंड है छोटा जा, ਉੱਥੇ महाराज ਦਾ साई पीर मुसलमान ਰਹਿੰਦਾ ਸੀ, ਉਹਦੀ ਝੁੱਗੀ ਵਿੱਚ ਵੀ ਰਿਹਾ ਸੀਸ महाराज ਤੇ ਤੁਰਿਆ ਕਿਵੇਂ? ਐਵੇਂ ਨਹੀਂ ਸੀਸ ਆ ਗਿਆ, ਇਹਨੇ ਬੋਈਆ ਬਣਾਇਆ। ਬੋਈਆ ਜਾਣਦੇ ਹੋ ਬੋਈਆ ਕੀ ਹੁੰਦਾ ਸੀ? जब आप लड़की नूं मंगदे हो तो बाद बोईया दिंदे हुंदे सी। वो टोकरी दे आले दोए लाल कपड़ा खमणी बन के विच लड्डू रख के वो लागी वीर सिर ते चक के जांदा हुंदा सी। वो बोईया बनाया गुरु जी दे सीस दा। जे कोई पुछदा सी कह दिंदा सी मैं कुड़ी दा बोईया लेके चले आज के आखो पैदल तुर के गुरसिख प्यारे दिल्ली तो उथे रात कटी। रात नूं तुरना, दिन च आराम करना। जदों आनंदपुर साहब शीश का पता लग्या कि तुरिया आउंदा सिख, 9-10वें पातशाह सारा परिवार मामा कृपाल जी तुर पे आनंदपुर साहब ते कीरतपुर साहब शीश नूं लैण आए सत्कार वजों। कीरतपुर साहब जदों आए, बजोग वेख लो की चीज होती है गुरु को। 10वें पातशाह ने वचन कर दिता इत्थे संस्कार कर दो कीरतपुर साहब। नोट कर लो, पहला शीश दे संस्कार की तैयारी कीरतपुर साहब हुई। जदों कीरतपुर साहब तैयारी हो गई तो 9वें पातशाह दे माता जी, माता नानकी जी, उन्होंने वचन किया कि है गोविंद राय जे शीश इत्थे संस्कार करता तो मैं भी बाकी दे दिन ऐसे ही कटूंगी। आनंदपुर साहब मैं भी नहीं जाना। वो बड़ी दादी की गल सुन के उथों भगवान के रूप विच महाराज का शीश आनंदपुर साहब ले गए। संगतां दा इकट्ठ हो गया, विजोग होया, बहबल हो गई संगतां। पालकी दे विच शीश रमालियां विच टकिया होया। माता रुदन कर रही सी, मां ते पुत दा रिश्ता। ते गुरसिख प्यारे माता गुजरी जी उठे, उठ के अपने पति दे शीश दियां 4 परिक्रमा की। 10 साल का पुत सी गोबिंद राय, गुरु गोबिंद सिंह महाराज। 4 परिक्रमा कीतियां, चारे बार मत्था टेकिया ते टेक के मत्था गल विच पल्ला पाया। अपने गुरदेव पति दे शीश तो एक मंग मंगी। मंग ए ना मंगी मेरे पुत नूं राजी रखी, परिवार विच भाणा मनण दा बल बख्शी, सुख शांति बख्शी। ये नहीं, अपने पति दे शीश दे अगे गल विच पल्ला पा के मां गुजरी ने इको गल भरे मन नाल आखी सी, मेरे पति गुरदेव जिमें तेरी निभगी ते मेरी भी निभा दी। आखो गल नहीं मंगी सी, निभा दी। ये आपां भी अरदास कर लो, साडी पीरां दे नाल मुरीद, पीरां दे नाल मुरीद नी। पीरां दे नाल
इको मंग मंगी जो पूरी हुई वो फिर निभ गई ठंडे बुरज तक। सब तो बाद गुरुदेव 10 साल की उम्र 9.5 साल की गोबिंद राय जी अगे ओ भाई रंगरेटा सिख जी नूं गुरु के बेटे की पदवी दे दी ते पुछया भी सिखा होर गल्लां बाद विच दसी, पहला ए दस जदों पिता जी नूं शहीद कीता दिल्ली विच किन्ने क सिख सी? हो भाई जैता कहंदा सतगुरु होणगे बहुत पर दिखया कोई नहीं। अज के होणगे बा फिर उत्थे खड़ के ही वचन कीता सी ना बैसाखी दा, ले गुरु क्या बेटे हुण सिख दिखण तो नहीं रहूगा। उथे तो तू कहना बहुत ते पर दिखया नहीं, हुण जे एक भी होगा वो भी लुकूगा नहीं। अज के आखो सदनाम हुण सिख नूं ओह बाणा दे दूंगा कि लख विच खड़ा इको नहीं लुकूगा, ऐसा स्वरूप बख्श दूंगा इनू लुकोए नहीं सकूगा। सानू भी तो बेनती है ऐसे रबों विच किसी का एक बिस्वा ना होवे जमीन, मंजा डाउन नूं ना होवे कमरा, बोझे विच ना होण रुपये 2, पर जे बाजा वाले दी मोहर मुंह ते है ना देखण वाला सरदार कह के बुलाऊगा। जमीन दी लोड़ नहीं, ट्रकों दी लोड़ नहीं, कोठी दी लोड़ नहीं, बैंक दी एफडी दी लोड़ नहीं, जे बाजा वाले दी मोहर है मुंह ते जेड़ा भी कहूगा सरदार खड़ा है। पर मरबे होण जमीन दे, करोड़ा होण बैंक च, ट्रक तेरे होण चलदे, 50 लाख दी होवी कोठी, जे घरोटना बनया मैं सरदारी गई। अज को सदना कोई बाबू जी लाला जी श्रीमान तो कह दूंगा, सरदारी नहीं मिलनी, बड़ी औखी दती सी तुहानू। हुण वो चीज बख्शूंगा जिथे भी सिख खड़ा हो वो लुकू। संस्कार की तैयारी की, देगा बनिया, सोहले साहब जी का पाठ होया, आनंदगढ़ दे केसगढ़ साहब तो वेख उतर के बाजार विच नूं उत्थे गुरुद्वारा शीश गंज है जिथे 9वें पातशाह दे शीश का संस्कार होया। जाया करो, दर्शन करया करो। ते गुरसिख प्यारो एडी वड्डी घटना ये क्यों हुई? रंगे नूं कहंदे रंगिया सुन ले गल, तैं जन्नू बहुत तारे, तैं तिलक बहुत तारे, पर हुण सुन ले कन खोल के, हुण मैं हिंदू दे मत्थे तो हल्दी दा तिलक ला के अपनी शाह रग दे खून दा टिक्का लाउण लगे। हुण मैं हिंदू दे गल विचों कुड़ियां दा कट्टिया होया सूत ओदा बड़िया होया जनेऊ ला के अपनियां नाड़ियां दा जनेऊ पाउण लगे हैं। बाप दा पुत तां है जे इहनूं तार के दिखावेगा। हादी दे रंग तारते वो सूत दे जनेऊ तू तोड़ते, पर मेरिया नाड़ियां दा जनेऊ तोड़ के दिखाई। वचन सिद्ध होया। उस दिन तो बाद फिर एक हिंदू नूं भी मुसलमान नहीं बना सके, एक हिंदू दा मिसाल नहीं दुनिया में। उस दिन तो बाद किसी ने इस्लाम धर्म कबूल किया। एडी वड्डी महान कुर्बानी। उस तो बाद फिर बाजा वाले दे दिन चलते हैं। तुसीं हुण जाए करो चमकौर, आ छड़ दो भाई, खास करके बीबियां। घर बुढ़ा पिया हुंदा 80 साल का खुल खुल करदा है, सस पई है 70 साल की नजला जांदा है, उहनूं तां नहीं सेवियां बना के दिंदियां। खड्ड वाले बाबे नूं छन्ना जरूर जाऊगा। अज खेरा खुश
बुढ़ा बेचारा नजरे नो मर जाए, बुढ़ी खुन खुन कर दी है, ਉਹਨੂੰ नहीं सेवियां बनदियां। बुढ़े ਨੂੰ ਤਾਂ ਦੇਣਗੇ ਕੱਚੀ ਲੱਸੀ ਵਰਗਾ ਦੁੱਧ, ਵੀ बुढ़े ने ਤਾਂ ਹੁਣ ਚਲੀ ਜਾਣਾ। ਤੇ ਜਿਹੜਾ ਖੱਡ ਵਿੱਚ ਬਾਬਾ ਬੈਠਾ ਉਹਨੂੰ ਨਕਾ ਲਿਆ ਗੜਵਾ ਬਿਨਾਂ ਪਾਣੀ ਚ। ਕੋਈ ਸੰਗ ਕਰੋ, ਹਸਣ ਦੀ ਗੱਲ ਨਹੀਂ। ਹੁਣ ਸਿੱਖਾਂ ਦੀਆਂ ਬੀਬੀਆਂ ਹੁਣ ਸਿੱਖ ਤੇ ਬਾਬਾ ਕਹੋ ਸੱਪ ਨੂੰ ਸੰਗ ਕਰਿਆ ਕਰੋ। ਬਾਬਾ ਬਾਪੂ ਦਾ ਵੀ ਬਾਪ ਹੁੰਦਾ ਹੈ। ਅਜਖਿਆ ਕੋਈ ਸਤਿਨਾਮ। ਕਿਉਂ ਸੱਪਾਂ ਨੂੰ ਇਹ ਬਣਾਈ ਫਿਰਦੇ ਹੋ? ਕੋਈ ਸੋਚ ਸਮਝ ਕੇ ਬੋਲਿਆ ਕਰੋ। ਆ ਜਿਹੜਾ ਤੁਸੀਂ ਗ੍ਰੰਥੀ ਨੂੰ ਸੰਤ ਨੂੰ ਬਾਬਾ ਜੀ ਕਹਿੰਦੇ, ਇਹ ਪਤਾ ਕਿਉਂ ਕਹਿੰਦੇ ਹੋ? ਭਾਈ ਸਾਹਿਬ ਨੂੰ ਬਾਬਾ ਜੀ ਕਹਿ ਕੇ ਬੁਲਾਈਦਾ, ਇਹਦਾ ਮਤਲਬ ਇੱਕੋ ਹੈ, ਸਿਆਣੇ ਬੈਠੇ ਹੋ। ਜਦ ਕਿਸੇ ਗ੍ਰੰਥੀ ਨੂੰ ਬਾਬਾ ਜੀ ਕਹੋਗੇ, ਸੰਤ ਨੂੰ ਕਹੋਗੇ, ਉਹਦਾ ਭਾਵ ਹੈ ਮੈਂ ਤੈਨੂੰ ਆਪਣੇ ਪਿਤਾ ਤੋਂ ਵੀ ਵੱਧ ਸਤਿਕਾਰ ਕਰਦਾ। ਇਹ ਹੈ ਬਾਬਾ ਜੀ ਸ਼ਬਦ ਦਾ ਅਰਥ ਸਿੱਖ ਧਰਮ ਵਿੱਚ। ਉਹਨੂੰ ਐਵੇਂ ਨਹੀਂ ਬਾਬਾ ਕਹਿ ਦੇਣਾ। ਆਪਾਂ ਤਾਂ ਆਪ ਤੋਂ ਅੱਧੀ ਉਮਰ ਆਏ ਨੂੰ ਵੀ ਬਾਬਾ ਕਹਿੰਦੇ। ਉਹਦਾ ਭਾਵ ਹੈ ਮੈਂ ਆਪਣੇ ਪਿਤਾ ਤੋਂ ਵੀ ਤੈਨੂੰ ਵੱਧ ਸਤਿਕਾਰ ਕਰਦਾ। ਉੱਥੇ ਵਰਤੀ ਦਾ, ਇੱਥੇ ਖੱਡਾਂ 'ਚ ਬੈਠੇ ਸੱਪੇ ਬਣ ਗਏ ਕੋਈ ਸਤਿਨਾਮ। ਪਰ ਬੜੀਆਂ ਸਿਆਣੀਆਂ ਬੀਬੀਆਂ ਇਹ ਦੁੱਧ ਵੀ ਬਹੁਤ ਪਿਲਾਉਣੀ ਹੈ, ਉਹਨੂੰ ਸੇਵੀਆਂ ਵੀ ਖਿਲਾਉਣੀ ਹੈ। ਕਾਹਤੇ? ਵੀ ਇਹਦੇ ਪਰ ਡਾਂਗ ਵੀ ਬਹੁਤ ਬੁੜਕਣੀ ਹੈ, ਥੋੜੇ ਜਿਹੇ ਨਰਮ ਕਰ ਦੋ ਇਹਨੂੰ। ਬੜੀਆਂ ਸਿਆਣੀਆਂ ਬੀਬੀਆਂ। ਇਹ ਖੱਡ ਵਿੱਚ ਬੈਠਾ ਤਾਂ ਸੇਵੀਆਂ ਵੀ ਖਾ ਲਵੇ, ਦੁੱਧ ਵੀ ਪੀ ਲਵੇ। ਬਾਬਾ ਹੈ, ਜੇ ਕਿਤੇ ਬਾਬਾ ਦਿਖਾਈ ਦੇ ਦੇਵੇ, ਦਰਸ਼ਨ ਦੇ ਦੇਵੇ ਬਾਬਾ, ਬਾਬੇ ਦੁਹਾਈ ਮੱਝ ਪੈਂਦੀ ਹੈ, ਲਿਆਈ ਉਹ ਡਾਂਗ। ਉਹ ਡਾਂਗ ਨਹੀਂ ਲੱਜਦੀ, ਬਾਲਾ ਹੀ ਚੱਕ ਲਿਆ। ਕੋਈ ਸਾਹਮਣੇ ਚੱਕੀ ਫਿਰੂ। ਦੇਖੋ ਬਾਬਾ ਦਰਸ਼ਨ ਦਿੰਦਾ ਜਦ। ਬਾਬਾ ਪਤਾ ਨਹੀਂ ਲੱਗਦਾ ਬਾਬੇ ਦੇ ਕਿੰਨੀਆਂ ਕੁ ਪੈਣੀ। ਖੱਡ ਵਿੱਚ ਬੈਠਾ ਸੇਵੀਆਂ ਖਾਵੇ ਤੇ ਬਾਹਰ ਨਿਕਲ ਦੀ ਹੱਡ ਪਸਰੀ ਇੱਕ। ਤੇ ਜਿਹੜੇ ਕੋਹ ਦੇਖਦੇ ਹੁੰਦੇ ਨਾ, ਪੋਤੇ ਪੋਤੀਆਂ ਕੋਹ ਦੇਖਦੇ ਕੁੱਟਦੇ ਨੂੰ, ਉਹ ਛਡਾਉਂਦੇ ਨਹੀਂ, ਕਹਿਣਗੇ ਸਗੋਂ ਹਿਲਦਾ ਹੋਰ ਲਾ। ਬਾਹਰ ਲੈ ਕੇ ਪੋਤੇ ਬੜੇ ਲੈ ਕੇ ਜੰਮੇ ਹੋ। ਔਰ ਹੋਰ ਕਹਿਣਗੇ, ਕਹਿੰਦੇ ਸਿਰ ਪਰੇ ਲਾ, ਸਿਰ ਕੁੱਟ। ਉਹ ਹਸੇ ਨਾ ਪ੍ਰੇਮੀਓ, ਛੱਡਦਾ ਹੈ ਜੇ ਜਾਨਵਰਾਂ ਨੂੰ ਬਾਬੇ ਕਹਿਣ ਤੋਂ। ਉਹ ਤੁਹਾਡੇ ਬਾਬੇ ਖੜੇ ਨੇ ਚਮਕੌਰ ਦੀ ਗੜੀ ਵਿੱਚ, ਜਾ ਕੇ ਦਰਸ਼ਨ ਕਰੋ। ਉਹ ਤੁਹਾਡੇ ਬਾਬੇ ਖੜੇ ਨੇ ਸਰਹੰਦ ਦੀਆਂ ਨੀਹਾਂ 'ਚ, ਕਰੋ ਜਾ ਕੇ ਦਰਸ਼ਨ। ਆ ਨੌਵੇਂ ਪਾਤਸ਼ਾਹ ਤੁਹਾਡਾ ਬਾਬਾ ਬੈਠਾ ਚਾਂਦਨੀ ਚੌਕ। ਜਿਨ੍ਹਾਂ ਦੇ ਐਡੇ ਉੱਚੇ ਬਾਬੇ ਹੋਣ, ਉਹ ਸੱਪਾਂ ਨੂੰ ਬਾਬੇ ਕਹਿਣ ਤੇ ਕੋਈ ਸੰਗੇ ਚਾਹੀਦੀ ਹੈ ਨਾ, ਕੋਈ ਸੰਗ ਚਾਹੀਦੀ। ਆ 10 ਬਾਬੇ ਬੈਠੇ ਨੇ ਸਾਹਮਣੇ, ਉਹਨਾਂ ਦੀ ਕੁਰਬਾਨੀ ਨੂੰ ਤੱਬਾ ਨਾ ਲਾਓ। ਗੁਰਸਿੱਖ ਸਜੋ, ਇੰਨੀਆਂ ਬੇਨਤੀਆਂ। ਨੀਹਾਂ ਵਿੱਚ ਖੜ ਕੇ 7 ਤੇ 9 ਸਾਲ ਦੇ ਬੱਚੇ, ਮੋਰੀ ਬਣਾਈ ਮੋਰੀ ਸੂਬੇ ਨੇ ਵੀ ਸਿਰ ਝੁਕਾ ਕੇ ਲੰਘਣਗੇ ਤੇ ਅਸੀਂ ਤਾੜੀ ਵਜਾ ਦਾਂਗੇ। ਸਾਹਿਬਜ਼ਾਦੇ ਨੇ ਸਿਰ ਝੁਕਾਤਾ, ਛੋਟੀ ਜੀ ਮੋਰੀ ਸੀ ਲਗਾਉਣ ਲੱਗੇ। ਪਰ ਕਿੱਥੇ ਉਹ ਦਸ਼ਮੇਸ਼ ਪਾਤਸ਼ਾਹ ਦੇ ਪੁੱਤਰ, ਉਹਨਾਂ ਨੇ ਪਹਿਲਾਂ ਜੁੱਤੀ ਆ ਪੈਰ ਲੰਘਾਇਆ। ਕੋਈ ਸਾਧਨਾ ਕਹਿੰਦੇ ਦੇਖ ਲੈ ਆਹ ਤੇਰੇ ਖਾਤਰ ਸਿਰ ਕਿੱਥੇ ਝੁਕੂਗਾ। ਆ ਜੁੱਤੀ ਪਹਿਲਾਂ ਲੰਘਾਈ, ਪੈਰ ਮੋਰੀ ਸੀ। ਇੱਥੇ ਪਤਾ ਨਹੀਂ ਕਿੰਨਿਆਂ ਬਾਬੇ ਅੱਗੇ ਸਿਰ ਝੁਕਦਾ ਫਿਰਦਾ। ਕੋਈ ਸਾਧਨਾ ਇੱਥੇ ਪਤਾ ਹੀ ਨਹੀਂ। ਗੁਰਸਿੱਖ ਪਿਆਰਿਓ, ਬੇਨਤੀਆਂ ਸਾਡੀਆਂ ਚੌਕੀਦਾਰ ਹੈ। ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ, ਪ੍ਰਬੰਧਕਾਂ ਬਹੁਤ ਮਹਾਨ ਉਦਮ ਕੀਤਾ, ਬੜੀ ਸੇਵਾ ਕੀਤੀ ਔਰ ਸ਼ਰਧਾ ਨਾਲ ਕੀਤੀ। ਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦਾ ਵੀ ਧੰਨਵਾਦ, ਬੜੀ ਦੂਰੋਂ ਆਏ। ਬਹੁਤ ਧੰਨਵਾਦ ਸੇਵਾਦਾਰਾਂ ਦਾ, ਤੇ ਤੁਹਾਤੋਂ ਵੱਧ ਧੰਨਵਾਦ ਬੀਬੀਆਂ ਦਾ। ਗੁੱਸੇ ਨਾ ਹੋਇਓ ਵੀ ਕਾਹਤੇ ਕਰਿਆ ਸਾਤੇ ਵੱਧ। ਇਹ ਤਾਂ ਕੀਤਾ ਹੈ ਇਹਨਾਂ ਦਾ ਇਕੱਠ ਬਹੁਤ, ਪਰ ਰੌਲਾ ਨਹੀਂ ਪਾਇਆ। ਜੇ ਕਿਤੇ ਲਾਣਾ ਰੌਲਾ ਪਾਉਣ ਲੱਗ ਜਾਵੇ, ਸੰਤ ਹਰਦੇਵ ਸੂ ਦਾ ਕਿਹਾ ਰੱਬ ਵੀ ਨਹੀਂ ਚੁੱਪ ਕਰਾ ਸਕਦਾ। ਇਹ ਤਾਂ ਇਹਨਾਂ ਦਾ ਬਹੁਤ ਧੰਨਵਾਦ। ਚੂੰ ਵੀ ਨਹੀਂ ਦੇਖ ਲਓ ਕਿਸੇ ਬੱਚੇ ਨੇ ਕੀਤੀ। ਮੈਂ ਸਤਿਕਾਰ ਨਾਲ ਸੁਣਿਆ। ਤੇ ਤੁਹਾਤੋਂ ਸਾਰਿਆਂ ਤੋਂ ਵੱਧ ਧੰਨਵਾਦ ਜਿਹੜੇ ਅੱਜ 200 ਪ੍ਰੇਮੀ ਚੜ ਗਏ ਬੇੜੇ। ਬੜਾ ਸੋਹਣਾ ਝਾੜ ਨਿਕਲਿਆ। ਉਹ 30-32 ਕੁਇੰਟਲ ਨਿਕਲਿਆ ਵੇ। ਹੁਣ ਕਿੱਲੇ ਤੋਂ ਚਾਹੀਦਾ ਕਿਹਾ ਹੈ। ਖੁਦ ਸਾਹਿਬ 6 ਬੀਜੇ ਤੇ 6 ਕਿੱਲੇ 35 ਤੱਕ ਦਾ ਗਿਆ ਝਾੜ। ਦੇਖ ਲਓ ਬਹੁਤ ਸੋਹਣੇ।
ट्रैक्टर की किस्त भी मुड़ जूगी, कपड़े भी लिया हो जाएंगे घर में, बैंक की एफडी भी बन जू। जे किते 15 कुंटले रह जाए तो पहली एफडी भी टुट जाती है। अज खेया खुश बहुत कृपा उन्होंने जिन्हें सिंघा सिंघणिया ने अंबर छक गुरु दे लड़ लैके उन्होंने तो भी वध धन्यवाद उन्होंने 6 शहीद सिंघा का संत महाराज बाबा महाराज सिंह जी जिन्होंने इस धरती नू रहिंदी दुनिया तक हरा भरा करता, जिन्होंने कौम का नाम ऊंचा करता उन्होंने रोम रोम का धन्यवाद। गुरु तेग बहादुर उन्होंने धन्यवाद तो हिंदुस्तानी कदे करे नहीं सकते। हिंदू नौ ही ना होंदा जे नौवें पातशाह ना होंदे। ते सब तो वध धन्यवाद साहिब श्री गुरु ग्रंथ साहब जिन्होंने उद्यम बख्शिया, प्रेरणा बख्शी, जिन्हों की छतर छाया हेठ ये 6 दिन का समागम चलिया आरंभ होया ते जिन्हों के हुक्मनामे नाले संपूर्ण हो। सो इन्हां 6 दिनों में कोई ना कोई संतां ने कथा सुनाई है, कीर्तन सुनाया नहीं ने, थोड़ा दिता सबक तुहानूं सुनाया। जदों विद्यार्थी सबक सुनाउंदा गलतियां रह जांदियां। तुसी कृपालू मास्टर हो, मेरा सतगुर कृपालू दात है, पिछलियां गलतियां की सधाई कर दो ते गाहां नूं सबक दे दो। आखो सतनाम। बस इको अरदास है दास दी कि श्वास श्वास सतगुरु गुरु ग्रंथ ते पंथ नाल जोड़ के रखो। बस इन्नी अरदास तुसी कर दिया करो। जिन्ने श्वास है तुहाडी संगत दे चरनां दे लेखे लग जाण। बेनतियां प्रवान करो, मन मत तो बचो, गुरमत विच आ जाओ ते पिंडां विच इतफाक रखे करो। ऐनी ना थोड़िया थोड़िया वोटां बटां पिछे डांग खड़काए करो, प्यार रखे करो। ये सियासी लड़ाई आपां नूं लड़नी नहीं आउंदी। दरअसल ये जिहड़े लीडर है ना सारे चाहे कांग्रेस चाहे अकाली चाहे कम्यूनिस्ट, इन्हां दी मैं एक गल दसदा, वही गल याद रखो तर जाओगे। इन्हां दी लड़ाई है भी दिन च तां कड्ढणगे एक दूए नूं गालां मार देंगे, ऐ जा दुष्ट कोई नहीं, रात नूं रोटी कट्ठी हो खांदे खुश सकना चाह कट्ठी पीणगे। ये सियासी लड़ाई का तरीका है। बोलों की विचार की लड़ाई करो, तुसी तकरार की लड़ाई शुरू कर देने भी फलाना बादल नाल चले गया, मैं तो कुड़ी दे नंगा ते नहीं जाना, तो दसो है किहड़ी गल है। फलाना मानने चले गए मुझे ना बोलने, ये कोई गल बनती तुहाडी। सियासी लड़ाई इहदे नहीं लड़ी दी हुंदी, वो विचार की लड़ाई लड़ो ना परिवार विच ना लिया करो। ये परिवार विच नहीं खड़े होंदे, सब एक दूए नाल एक सब ते उत्थे आपां नूं देखाउणगे भी असीं डांगा चलाउने, विचों चमचे इकट्ठे ही खड़कदे खुश हो। सो तुसीं भी ना पिछे भाई पिंडां च बेतफाकी ना करिया करो। हर एक बेनती आखिरी थोड़े मतलब की कालियां की सरकार आ जाए, कम्यूनिस्टां की आ जाए, कांग्रेसी तो देखे नहीं तुसीं, वो तो कहने की लोड़ नहीं, चाहे सोशलिस्टां की आ जाए, चाहे आ गौड़ा देव पता नहीं की है वही आ जाए। एक गल मेरी याद रखो, किसी सरकार ने थोड़ा कख नहीं सवारना, जो सवारना तो थोड़े इतफाक ने सवारना। इन्ना ही नुकता ले दो, जिन्ना पिंड का सवार सकता, पिंड का इतफाक कोई सरकार नहीं सवार सकती। जो सरकार 10 रुपये थोड़े पिंड पर लाऊगी ना, तो 90 अपनी जेब च पाऊगी। सरकार ने थोड़ा की सवारना, थोड़े दिते टैक्स तो सड़क बननी है। जो ऐलान करते फिर ना वजीर वो लगूगा जी, स्कूल बनेगा जी, किसी वजीर ने अपना कीला बेच के पुल लवाया, किसी वजीर ने अपनी भैंस बेच के डेयरी फार्म हस्पताल खोले, किसी वजीर ने अपने कोठी बेच के सड़क बनाई है। वो थोड़े सिर ही होगा, सारा पैसा थोड़े पिंडा चो जावे ते थोड़े तो ही लाउना है। एवं विचोले विच लड्डू खाई जाने खुश सकना, जे तो अपने को लाउन फिर तो असीं मनीए तुसीं लाउना, ये तुहाडा पैसा सारा जनता का पैसा है, इन्हां दा काम चलदा सगों। सो प्यार इतफाक रखिया करो, मेरी यही बेनती है। जिवें गुल्ली डंडे का इलाज करन लगे ना तुसीं
ਅੱਗੇ ਇੱਕ ਡੱਬੇ ਨਾਲ ਸਰ ਜਾਂਦਾ ਤਾਂ ਕਿਲੇ 'ਚ ਫਿਰ 1.5 ਪਾਉਣਾ ਪਿਆ, ਹੁਣ 2 2.5 ਤੱਕ ਤਾਂ ਮਰਦਾ। ਇਸ ਤਰ੍ਹਾਂ ਹੀ ਜਿਹੜਾ ਸਿੱਖੀ ਵਿੱਚ ਗੁੱਲੀ ਡੰਡਾ ਜੰਮੇ ਹੈ ਨਾ, ਫਿਰ ਉਹਦਾ ਵੀ ਇਲਾਜ ਸੋਚ ਲੈ ਕਰੋ। ਕੋਈ ਸਾਹਿਬ ਜੇ ਇਲਾਜ ਨਾ ਕਰੇ ਕਿਤੇ ਕਣਕ ਦਿਖਣ ਤੇ ਹੀ ਨਾ ਰਹੇ, ਇਹਦਾ ਇਲਾਜ ਕਰੋ ਮਨ ਮਤ ਦੇ ਗੁੱਲੀ ਡੰਡੇ ਦਾ। ਕੱਲਾ ਕੱਲਾ ਸਿੱਖ ਪ੍ਰਚਾਰ, ਕੱਲੀ ਕੱਲੀ ਬੀਬੀ ਪ੍ਰਚਾਰਕ, ਇਹ ਬੇਨਤੀਆਂ ਪ੍ਰਵਾਨ ਕਰਿਓ।